ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਆਵਾਜ਼ ਕਹਾਣੀਆਂ ਵਿੱਚ। ਸ਼ੁਰੂ ਕਰਦੇ ਹਾਂ ਸਾਡੀ ਅੱਜ ਦੀ ਕਹਾਣੀ। ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ। ਕੰਮ ਤੋਂ ਘਰ ਵੱਲ ਆ ਰਿਹਾ ਸੀ ਕਿ ਸਾਹਮਣੇ ਇੱਕ ਬਹੁਤ ਹੀ ਸੁੰਦਰ ਜੋੜੀ ਦਿਸੀ, ਜੋ ਸ਼ਾਇਦ ਨਾਲ ਵਾਲੀ ਪਾਰਕ ਵਿੱਚ ਟਹਿਲਣ ਲਈ ਜਾ ਰਹੀ ਹੋਵੇਗੀ। ਉਹਨਾਂ ਦਾ ਨਵਾਂ ਵਿਆਹ ਹੋਇਆ ਲੱਗਦਾ ਸੀ, ਕਿਉਂਕਿ ਕੁੜੀ ਦੀਆਂ ਬਾਹਾਂ ਵਿਚਲਾ ਉਨਾਬੀ ਚੂੜਾ ਦੂਸਰਿਆਂ ਦਾ ਧਿਆਨ ਆਪਣੀ ਵੱਲ ਖਿੱਚ ਰਿਹਾ ਸੀ। ਉਹਨਾਂ ਨੂੰ ਦੇਖ ਕੇ ਮੇਰੇ ਮਨ ਵਿੱਚ ਵੀ ਵਿਆਹ ਕਰਵਾਉਣ ਦੀ ਉਥਲ-ਪੁਥਲ ਜਿਹੀ ਹੋਈ। ਵਿਆਹ ਕਰਾਉਣ ਲਈ ਕੁੜੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਉਸ ਦੇ ਰੰਗ ਰੂਪ ਦੀ ਕਲਪਨਾ ਕਰਦਾ ਘਰ ਦੇ ਡਰਾਈਵੇ ਵਿੱਚ ਪਹੁੰਚਾ। ਕਾਰ ਦੀ ਪਿਛਲੀ ਸੀਟ 'ਤੇ ਪਈ ਜੈਕਟ ਚੁੱਕ ਕੇ ਘਰ ਦਾ ਦਰਵਾਜ਼ਾ ਖੋਲ੍ਹਣ ਲਈ ਚਾਬੀ ਘੁਮਾ ਅਜੇ ਅੰਦਰ ਦਾਖਲ ਹੋਇਆ ਹੀ ਸੀ ਕਿ ਲਿਵਿੰਗ ਰੂਮ ਵਿੱਚੋਂ ਆਵਾਜ਼ ਆਈ, ਭੈਣ ਜੀ, ਹੁਣ ਤਾਂ ਤੁਹਾਨੂੰ ਜੱਗੀ ਦਾ ਵਿਆਹ ਕਰ ਹੀ ਦੇਣਾ ਚਾਹੀਦਾ। ਇਸ ਆਵਾਜ਼ ਨੇ ਮੈਨੂੰ ਦੱਸ ਹੀ ਦਿੱਤਾ ਕਿ ਕਲੋਨੇ ਵਾਲੇ ਮਾਸੀ ਜੀ ਆਏ ਹੋਏ ਨੇ। ਆਪਣੇ ਕੰਮ ਦੇ ਬੂਟ ਖੋਲ੍ਹਦਿਆਂ ਮੈਂ ਹੱਸ ਕੇ ਕਿਹਾ, ਮਾਸੀ ਜੀ, ਜੱਗੀ ਦਾ ਤਾਂ ਵਿਆਹ ਕਰਾਉਣ ਲਈ ਰੈਡੀ ਆ, ਪਰ ਕੋਈ ਕਰਦਾ ਨਹੀਂ। ਅੱਜ ਪਹਿਲੀ ਵਾਰੀ ਇਹਨੇ ਇਹ ਗੱਲ ਕਹੀ ਆ। ਮੰਮੀ ਨੇ ਕਿਹਾ, ਅੱਗੇ ਅਸੀਂ ਇਸ ਨੂੰ ਕਈ ਵਾਰ ਪੁੱਛਿਆ ਕਿ ਜੇ ਕੋਈ ਕੁੜੀ ਦੇਖ ਰੱਖੀ ਆ ਤਾਂ ਵੀ ਦੱਸ ਦੇ, ਨਹੀਂ ਤਾਂ ਅਸੀਂ ਤੇਰੇ ਲਈ ਟੋਲ ਲਈਏ। ਹੁਣ ਕਹਿੰਦਾ ਮੇਰਾ ਕੋਈ ਵਿਆਹ ਨਹੀਂ ਕਰਦਾ। ਮੰਮੀ ਦੀ ਆਖੀ ਸੱਚੀ ਗੱਲ 'ਤੇ ਹੱਸਦਾ ਹੋਇਆ ਮਾਸੀ ਦੇ ਗੋਡਿਆਂ ਵੱਲ ਨੂੰ ਝੁਕਦੇ ਨੇ ਕਿਹਾ, ਮਾਸੀ ਜੀ, ਤੁਸੀਂ ਤਾਂ ਨਹੀਂ ਕਿਤੇ ਕੋਈ ਕੁੜੀ ਲੱਭ ਲਈ? ਕੁੜੀਆਂ ਦਾ ਕਿਤੇ ਘਾਟਾ। ਮਾਸੀ ਨੇ ਮੇਰੀ ਢੋਈ ਉੱਪਰ ਅਸੀਸ ਤੇ ਪਿਆਰ ਭਰਿਆ ਹੱਥ ਫੇਰਦਿਆਂ ਕਿਹਾ, ਤੂੰ ਦੱਸ ਵਿਆਹ ਕਿੱਥੇ ਕਰਾਉਣਾ, ਇੱਥੇ ਜਾਂ ਪੰਜਾਬ? ਇੱਥੇ ਦੀ ਜੰਮੀ ਕੁੜੀ ਨਾਲ ਤਾਂ ਗੁਜ਼ਾਰਾ ਤਾਂ ਹੋਣਾ ਨਹੀਂ। ਮੈਂ ਸਾਫ਼ ਕਿਹਾ, ਪੰਜਾਬ ਤੋਂ ਹੀ ਵਧੀਆ ਰਹੇਗੀ। ਨਾ, ਇੱਥੇ ਦੀ ਕੁੜੀ ਤੈਨੂੰ ਕੀ ਕਹਿੰਦੀ ਆ? ਮਾਸੀ ਜੀ ਨੇ ਇਸ ਤਰ੍ਹਾਂ ਕਿਹਾ ਕਿ ਜਿਵੇਂ ਉਹਨਾਂ ਨੇ ਕੋਈ ਕੁੜੀ ਲੱਭੀ ਹੋਵੇ, ਮੈਂ ਨਿੰਦ ਦਿੱਤੀ ਹੋਵੇ। ਇੱਥੇ ਦੀਆਂ ਕੁੜੀਆਂ ਕੁਝ ਜ਼ਿਆਦਾ ਹੀ ਹੱਕ ਮੰਨਦੀਆਂ ਨੇ। ਮੈਂ ਮੁਸਕਰਾਉਂਦਿਆਂ ਮਾਸੀ ਜੀ ਕੋਲ ਸੋਫੇ 'ਤੇ ਬੈਠਦਿਆਂ ਕਿਹਾ, ਜੋ ਸਾਥੋਂ ਤਾਂ ਨਹੀਂ ਦੇ ਹੋਣੇ। ਤੂੰ ਚਾਹੁੰਦਾ ਹੋਣਾ ਏ ਜਿਵੇਂ ਤੇਰੀ ਮਾਂ ਸਾਰਾ ਦਿਨ ਤੇਰੇ ਡੈਡੀ ਦੇ ਅੱਗੇ ਪਿੱਛੇ ਫਿਰਦੀ ਰਹਿੰਦੀ, ਉਸ ਤਰ੍ਹਾਂ ਤੇਰੀ ਵਹੁਟੀ ਵੀ ਕਰੇ। ਅੱਜ ਕੱਲ੍ਹ ਦੀਆਂ ਕੁੜੀਆਂ ਨੇ ਨਹੀਂ ਇਸ ਤਰ੍ਹਾਂ ਕਰਨਾ। ਮੰਮੀ ਕਿਚਨ ਵੱਲੋਂ ਜੂਸ ਦਾ ਗਿਲਾਸ ਲਿਆਉਂਦੇ ਬੋਲੇ, ਸਾਡੇ ਵਾਲੇ ਜ਼ਮਾਨੇ ਗਏ। ਨਹੀਂ, ਮੈਂ ਇਸ ਤਰ੍ਹਾਂ ਦੀ ਨਹੀਂ ਚਾਹੁੰਦਾ ਕਿ ਮੰਮੀ ਵਾਂਗ ਹਰ ਗੱਲ ਡੈਡੀ ਤੋਂ ਪੁੱਛੇ ਬਗੈਰ ਹੀ ਨਾ ਕਰੇ ਹੀ ਨਾ। ਮੰਮੀ ਤੋਂ ਗਲਾਸ ਫੜਦਿਆਂ ਮੈਂ ਕਿਹਾ, ਇੰਨਾ ਕੁ ਤਾਂ ਮੈਨੂੰ ਵੀ ਪਤਾ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਵਿੱਚ ਕਾਫੀ ਤਬਦੀਲੀ ਆ ਗਈ। ਸਵਾਹ ਤਬਦੀਲੀ ਆਈ? ਮਾਸੀ ਜੀ ਆਪ ਹੀ ਬੋਲੇ, ਸਹਿਣ ਸ਼ਕਤੀ ਭੋਰਾ ਨਹੀਂ ਹੁਣ ਦੀਆਂ ਕੁੜੀਆਂ ਵਿੱਚ। ਇਸ ਲਈ ਤਾਂ ਮੈਂ ਕਹਿੰਦਾ ਕਿ ਪੰਜਾਬ ਤੋਂ ਹੀ ਕੋਈ ਲੈ ਆਈਏ। ਮੈਂ ਮਾਸੀ ਜੀ ਦੀ ਗੱਲ ਫੜਦਿਆਂ ਕਿਹਾ, ਇੱਥੇ ਦੀ ਤਾਂ ਗੱਲ ਹੀ ਛੱਡ ਦਿਓ, ਪੰਜਾਬ ਵੱਲ ਨਿਗਾਹ ਮਾਰੋ। ਕੋਈ ਕੁੜੀ ਤੁਹਾਡੀਆਂ ਨਜ਼ਰਾਂ ਵਿੱਚ ਹੈਗੀ ਹੈ ਤਾਂ ਦੱਸੋ। ਪਤਾ ਨਹੀਂ ਪਹਿਲਾਂ ਤੋਂ ਹੀ ਮੇਰੇ ਮਨ ਵਿੱਚ ਪੰਜਾਬ ਤੋਂ ਹੀ ਕੁੜੀ ਨਾਲ ਵਿਆਹ ਕਰਾਉਣ ਦਾ ਇਰਾਦਾ ਕਿਉਂ ਬਣਿਆ ਸੀ। ਇਹ ਗੱਲ ਮੈਂ ਅਜੇ ਸੋਚ ਹੀ ਰਿਹਾ ਸੀ ਕਿ ਮਾਸੀ ਜੀ ਬੋਲ ਪਏ, ਆਹੋ, ਪੰਜਾਬ ਤੋਂ ਤਾਂ ਆਪੇ ਕੁੜੀ ਲੈਣੀ। ਬਾਹਰੋਂ ਗਏ ਮੁੰਡਿਆਂ ਅੱਗੇ ਸੋਹਣੀਆਂ ਕੁੜੀਆਂ ਦੀਆਂ ਲਾਈਨਾਂ ਜੋ ਲੱਗ ਜਾਂਦੀਆਂ ਨੇ। ਨਾਲੇ ਇਹ ਜ਼ਰੂਰੀ ਹੈ ਨਹੀਂ ਕਿ ਪੰਜਾਬ ਤੋਂ ਆਈ ਕੁੜੀ ਵਿੱਚ ਸਹਿਣ ਸ਼ਕਤੀ ਜ਼ਿਆਦਾ ਹੋਵੇ। ਇਹ ਵੀ ਗੱਲ ਤੁਹਾਡੀ ਠੀਕ ਹੈ। ਇਹ ਕਹਿ ਕੇ ਮੈਂ ਆਪਣੇ ਕਮਰੇ ਵਾਲੇ ਵਾਸ਼ਰੂਮ ਵਿੱਚ ਨਹਾਉਣ ਲਈ ਤੁਰ ਪਿਆ। ਮੈਨੂੰ ਮਹਿਸੂਸ ਹੋਇਆ ਕਿ ਜਿੱਥੇ ਸਾਵਰ ਦਾ ਕੋਸਾ ਪਾਣੀ ਮੇਰੇ ਕੰਮ ਦੀ ਥਕਾਵਟ ਲਾ ਰਿਹਾ ਸੀ, ਉੱਥੇ ਮੈਨੂੰ ਵਿਆਹ ਕਰਨ ਦੀ ਉਤਸ਼ਾਹਤ ਵੀ ਕਰ ਰਿਹਾ ਹੋਵੇ। ਗੱਲ ਕੀ, ਬੰਦਾ ਜਿਸ ਪਾਸੇ ਸੋਚਣ ਲੱਗ ਜਾਵੇ, ਫਿਰ ਚੌਗਿਰਦੇ ਵਿੱਚ ਜੋ ਵੀ ਵਾਪਰ ਰਿਹਾ ਹੋਵੇ ਉਸ ਨੂੰ ਲੱਗਦਾ ਹੈ ਕਿ ਉਸ ਦੀ ਹੀ ਸੋਚ ਦਾ ਹਿੱਸਾ ਹੈ। ਨਹਾ ਕੇ ਲੂਜ਼ ਜਿਹਾ ਸਵੈਟ ਸੂਟ ਪਾ ਕੇ ਬਾਹਰ ਆਇਆ ਤਾਂ ਡੈਡੀ ਵੀ ਕੰਮ ਤੋਂ ਆ ਚੁੱਕੇ ਸਨ। ਟੇਬਲ 'ਤੇ ਪਏ ਚਾਹ ਦੇ ਕੱਪ ਨੂੰ ਹੱਥ ਪਾਇਆ ਹੀ ਸੀ ਕਿ ਉਹਨਾਂ ਤਿੰਨਾਂ ਨੇ ਮੈਨੂੰ ਫੈਸਲਾ ਸੁਣਾ ਦਿੱਤਾ ਕਿ ਇਸ ਨਵੰਬਰ ਵਿੱਚ ਹੀ ਇੰਡੀਆ ਜਾ ਕੇ ਤੇਰਾ ਵਿਆਹ ਕਰ ਦੇਣਾ ਹੈ। ਇਹ ਗੱਲ ਸੁਣ ਕੇ ਮੈਂ ਕੁਝ ਨਾ ਬੋਲਿਆ, ਪਰ ਮੇਰੀ ਚੁੱਪ ਨੇ ਦੱਸ ਦਿੱਤਾ ਕਿ ਸੱਤ ਬਚਨ ਹੈ। ਚਾਹ ਦਾ ਪਹਿਲਾ ਘੁੱਟ ਭਰਿਆ ਤਾਂ ਚਾਹ ਮੈਨੂੰ ਅੱਗੇ ਨਾਲੋਂ ਵੱਧ ਸਵਾਦ ਲੱਗੀ। ਸ਼ਾਇਦ ਚਾਹ ਵੀ ਵਿਆਹ ਦੇ ਚਾਹ ਵਿੱਚ ਸਵਾਦ ਹੋ ਗਈ ਹੋਵੇ। ਕਾਕਾ, ਇਹਨਾਂ ਦਿਨਾਂ ਵਿੱਚ ਡਟ ਕੇ ਕੰਮ ਕਰ ਲੈ। ਡੈਡੀ ਜੀ ਦੀ ਇਸ ਗੱਲ ਨੇ ਮੇਰਾ ਧਿਆਨ ਖਿੱਚਿਆ। ਇੰਡੀਆ ਗਿਆ ਦਾ ਖਰਚਾ ਚੰਗਾ ਹੋ ਜਾਣਾ। ਭਾਈਆ ਜੀ, ਤੁਸੀਂ ਖਰਚ ਦਾ ਫਿਕਰ ਕਰੀ ਜਾਇਆ ਕਰੋ। ਮੇਰੇ ਬੋਲਣ ਤੋਂ ਪਹਿਲਾਂ ਹੀ ਮਾਸੀ ਬੋਲੀ, ਸੁੱਖ ਨਾਲ ਮੁੰਡੇ ਨੇ ਇੰਨਾ ਪੈਸਾ ਕਮਾ ਕੇ ਘਰ-ਬਾਰ ਬਣਾਇਆ, ਹੁਣ ਕਿਸੇ ਗੱਲ ਦਾ ਘਾਟਾ? ਜੇ ਵਿਆਹ 'ਤੇ ਵੱਧ ਖਰਚ ਹੋ ਵੀ ਗਿਆ ਤਾਂ ਕੀ? ਮੈਂ ਵੀ ਤਾਂ 7 ਦਿਨ ਹੀ ਕੰਮ ਕਰਦਾ ਹਾਂ, ਡੈਡੀ ਨੇ ਦੱਸਿਆ।
ਕਦੀ ਕੋਈ ਖਰਚਾ ਨਹੀਂ ਕੀਤਾ, ਸਾਰਾ ਇਸ ਨੂੰ ਹੀ ਲਿਆ ਕੇ ਦੇਈਦਾ। ਡੈਡੀ ਜੀ, ਇਹ ਸਭ ਤੁਸੀਂ ਆਪਣੀ ਮਰਜ਼ੀ ਨਾਲ ਕਰਦੇ ਹੋ, ਮੈਂ ਕੁੱਕੀ ਬਿਸਕੁਟ ਚਾਹ ਵਿੱਚ ਡੋਬਦੇ ਹੋਏ ਕਿਹਾ। ਮੈਂ ਤੁਹਾਨੂੰ ਕਿਹਾ ਸੀ ਕਿ ਘਰ ਆਪਣੇ ਨਾਮ ਲਵਾ ਲਓ, ਤੁਸੀਂ ਆਪ ਹੀ ਨਹੀਂ ਮੰਨੇ। ਬਾਅਦ ਵਿੱਚ ਵੀ ਤਾਂ ਤੈਨੂੰ ਹੀ ਦੇਣਾ, ਮੰਮੀ ਬੋਲੀ। ਤੇਰੇ 'ਚ ਕਿਹੜਾ ਕੋਈ ਐਬ ਆ ਜਿਹੜਾ ਤੂੰ ਗਵਾਉਣ ਲੱਗਾ? ਸਾਨੂੰ ਭਰੋਸਾ ਤੇਰੇ ਉੱਪਰ। ਇਹ ਗੱਲ ਸੱਚੀ ਆ, ਮਾਸੀ ਨੇ ਮੰਮੀ ਦੀ ਗੱਲ ਦਾ ਹੁੰਗਾਰਾ ਭਰਿਆ। ਇਹ ਵੀ ਬਹੁਤ ਚੰਗਾ ਤੇ ਇਹਦੀ ਭੈਣ ਵੀ ਬਹੁਤ ਚੰਗੀ ਆ। ਪਿਛਲੇ ਹਫ਼ਤੇ ਦਰਸ਼ੀ ਦੀ ਸੱਸ ਮਿਲੀ ਸੀ ਗੁਰਦੁਆਰੇ, ਕਹਿੰਦੀ ਸੀ ਕਿ ਤੁਹਾਡੀ ਕੁੜੀ ਤਾਂ ਘਰ ਨੂੰ ਬਹੁਤ ਸੁਚੱਜੀ ਆ। ਕਿਹੜਾ ਕੰਮ ਆ ਜਿਹੜਾ ਉਹਨੂੰ ਨਹੀਂ ਆਉਂਦਾ? ਤੂੰ ਕਹਿਣਾ ਸੀ ਕਿ ਤੂੰ ਆਪ ਵੀ ਤਾਂ ਬਥੇਰੀ ਚੰਗੀ ਆ, ਮੰਮੀ ਨੇ ਕਿਹਾ। ਦਰਸ਼ੀ ਦੱਸਦੀ ਸੀ ਕਿ ਮੰਮੀ ਨੇ ਮੇਰੇ ਨਾਲ ਕਦੇ ਫਰਕ ਨਹੀਂ ਪਾਇਆ, ਧੀ ਨਾਲ ਵੀ ਵੱਧ ਕਰਦੀ ਆ। ਉਹ ਤਾਂ ਮੈਨੂੰ ਪਤਾ, ਮਾਸੀ ਦੱਸਣ ਲੱਗੀ। ਜਦੋਂ ਵੀ ਉਹਨਾਂ ਦੇ ਘਰ ਜਾਈਏ ਉਹਨਾਂ ਨੂੰ ਇੰਨਾ ਚਾਅ ਚੜ੍ਹ ਜਾਂਦਾ। ਪੁਰਾਣੇ ਇੰਡੀਆ ਤੋਂ ਆਏ ਹੋਏ ਆ ਨਾ, ਕਲੋਨੀ ਦੇ ਅੱਧੇ ਫਾਰਮ ਦੇ ਤਾਂ ਉਹਨਾਂ ਕੋਲ ਹੀ ਹੋਣੇ ਆ। ਮਜਾਲ ਹੈ ਆਕੜ ਜਾਂ ਹੰਕਾਰ ਉਹਨਾਂ ਦੇ ਕੋਲ ਵੀ ਲੰਘ ਜੇ। ਜ਼ਿਆਦਾਤਰ ਆਕੜ ਹੰਕਾਰ ਉਹਨਾਂ ਕੋਲ ਹੀ ਹੁੰਦਾ ਜਿਹੜੇ ਖਾਲੀ ਹੋਣ। ਡੈਡੀ ਜੀ ਆਪਣੀ ਫਿਲਾਸਫੀ ਦੱਸਣ ਲੱਗੇ। ਖਾਲੀ ਭਾਂਡਾ ਜ਼ਿਆਦਾ ਖੜਕਦਾ ਹੈ। ਦਰਸ਼ੀ ਦੀ ਸੱਸ ਤਾਂ ਆਪ ਇਹ ਕਹਿੰਦੀ ਆ ਕਿ ਫਲ ਨੀਵਿਆਂ ਰੁੱਖਾਂ ਨੂੰ ਹੀ ਲੱਗਦੇ ਨੇ। ਤੁਸੀਂ ਦਰਸ਼ੀ ਦੀ ਸੱਸ ਦੀਆਂ ਹੀ ਗੱਲਾਂ ਕਰੀ ਜਾਂਦੇ ਹੋ, ਮੈਂ ਹਸਾਉਣ ਨਾਲ ਕਿਹਾ। ਮੇਰੀ ਸੱਸ ਕਿੱਦਾਂ ਦੀ ਹੋਵੇਗੀ, ਉਹਦੀ ਵੀ ਕੋਈ ਗੱਲ ਕਰ ਲਓ। ਮੇਰੀ ਗੱਲ ਸੁਣ ਕੇ ਤਿੰਨੇ ਹੱਸ ਪਏ ਤੇ ਮੰਮੀ ਬੋਲੇ, ਚਾਹੁੰਦੇ ਤਾਂ ਅਸੀਂ ਵੀ ਇਹੀ ਆ ਕਿ ਹੁਣ ਵੀ ਚੰਗੇ ਰਿਸ਼ਤੇਦਾਰਾਂ ਨਾਲ ਹੀ ਵਾਹ ਪਵੇ। ਅੱਗੇ ਭਾਗ ਆਪਣੇ ਆਪਣੇ, ਥੋੜ੍ਹੀ ਬਹੁਤੀ ਤਾਂ ਭਾਗਾਂ ਦੀ ਵੀ ਗੱਲ ਹੋਵੇਗੀ, ਮਾਸੀ ਜੀ ਨੇ ਚਾਹ ਦਾ ਆਖਰੀ ਘੁੱਟ ਪੀਂਦੇ ਹੋਏ ਕਿਹਾ। ਪਰ ਮੇਰੀ ਸੱਸੂ ਮਾਂ ਕਹਿੰਦੀ ਹੁੰਦੀ ਸੀ ਕਿ ਮੱਝ ਹਮੇਸ਼ਾ ਲਾਣੇ ਦੀ ਤੇ ਧੀ ਹਮੇਸ਼ਾ ਘਰਾਣੇ ਦੀ ਹੀ ਲੈਣੀ ਚਾਹੀਦੀ ਆ। ਇਸੇ ਵਿਸ਼ੇ ਉੱਪਰ ਉਹ ਹੋਰ ਡੂੰਘੀਆਂ ਗੱਲਾਂ ਕਰਨ ਲੱਗ ਪਏ, ਜਿਵੇਂ ਅਕਲ ਵਾਲੀਆਂ ਨੂੰਹਾਂ ਤੇ ਸੱਸਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ। ਸੱਸ ਨੂੰ ਉਹ ਕਰਨਾ ਚਾਹੀਦਾ, ਨੂੰਹ ਨੂੰ ਇਹ ਆਦੀ। ਇਹਨਾਂ ਗੱਲਾਂ ਤੋਂ ਮੈਨੂੰ ਬੋਰੀਅਤ ਜਿਹੀ ਮਹਿਸੂਸ ਹੋਈ ਤਾਂ ਮੈਂ ਜਿਮ ਵੱਲ ਗੇੜਾ ਮਾਰਨ ਲਈ ਉੱਠਿਆ। ਬਹਿ ਜਾ, ਮਾਸੀ ਜੀ ਬੋਲੇ। ਅੱਗੇ ਤੇਰੇ ਇਹੀ ਗੱਲਾਂ ਕੰਮ ਆਉਣਗੀਆਂ। ਮੇਰੇ ਇਵੇਂ ਕਿਵੇਂ ਕੰਮ ਆਉਣਗੀਆਂ? ਮੈਂ ਹੱਸ ਕੇ ਕਿਹਾ। ਮੈਂ ਨਾ ਸੱਸਾਂ ਨਾ ਨੂੰਹ ਆ। ਕੱਲ੍ਹ ਨੂੰ ਜੇ ਕਿਤੇ ਤੇਰੀ ਮਾਂ ਤੇ ਵਹੁਟੀ ਲੜ ਪਈਆਂ ਤਾਂ ਪਤਾ ਲੱਗ ਜਾਵੇਗਾ ਕਸੂਰ ਕਿਸ ਦਾ ਹੈ, ਡੈਡੀ ਜੀ ਨੇ ਮੇਰੇ ਵਾਂਗ ਹੱਸਦੇ ਹੋਏ ਕਿਹਾ। ਫੈਸਲਾ ਕਰਨਾ ਸੌਖਾ ਹੋਵੇਗਾ, ਮਕਾਨ ਬਣੇ ਨਹੀਂ ਪਰ ਨਾਲੇ ਪਹਿਲਾਂ ਰੱਖ ਲਓ। ਮੰਮੀ ਨੇ ਟੇਬਲ ਤੋਂ ਝੂਠੇ ਕੱਪਾਂ ਦੀ ਟਰੇ ਚੁੱਕਦੇ ਹੋਏ ਕਿਹਾ। ਅੱਜ ਕੱਲ੍ਹ ਦੀਆਂ ਸੱਸਾਂ ਨੂੰ ਨਹੀਂ ਲੜਦੀਆਂ। ਹਾਂ ਗੱਲ ਰਹਿਣ ਦੇ ਭੈਣ ਜੀ। ਇਹ ਗੱਲ ਕਹਿ ਕੇ ਮਾਸੀ ਤਾਂ ਕਈ ਕਹਾਣੀਆਂ ਦੱਸਣ ਲੱਗ ਪਈ। ਮੈਂ ਇਹ ਸਾਰੀਆਂ ਗੱਲਾਂ ਅਣਸੁਣੀਆਂ ਕਰਦਾ ਘਰ ਤੋਂ ਬਾਹਰ ਨਿਕਲ ਗਿਆ। ਕੰਮ 'ਤੇ ਆਉਣ ਜਾਣ ਨਾਲ ਪਤਾ ਨਹੀਂ ਲੱਗਾ ਕਦੋਂ ਨਵੰਬਰ ਦਾ ਮਹੀਨਾ ਆ ਗਿਆ। ਦੌੜ ਭੱਜ ਹੋਰ ਵੱਧ ਗਈ। ਖਰੀਦਦਾਰੀ, ਵੀਜ਼ਾ ਲਵਾ, ਟਿਕਟਾਂ ਲੈ, ਜਹਾਜ਼ ਵਿੱਚ ਚੜ੍ਹੇ। ਜਹਾਜ਼ ਵਿੱਚ ਮੰਮੀ ਨੇ ਮੈਨੂੰ ਦੱਸਿਆ, ਤੇਰੇ ਮਾਮੇ ਨੇ 2-3 ਕੁੜੀਆਂ ਦੇਖ ਰੱਖੀਆਂ ਨੇ, ਚੁਣਨੀ ਤੂੰ ਹੈ। ਇਸ ਸਬੰਧ ਵਿੱਚ ਮੈਂ ਅਜੇ ਬੋਲਿਆ ਵੀ ਨਹੀਂ ਸੀ ਕਿ ਡੈਡੀ ਬੋਲ ਉੱਠੇ, ਤੇਰੀ ਭੂਆ ਨੇ ਵੀ ਕੁੜੀਆਂ ਦੇਖੀਆਂ, ਜਾ ਕੇ ਦੱਸ ਦੀ ਕਿਹੜੀ ਠੀਕ ਆ। ਇਹ ਸਾਰੀਆਂ ਗੱਲਾਂ ਸੁਣ ਕੇ ਮੈਂ ਓਕੇ ਕਰਦਾ ਜਹਾਜ਼ ਵਿੱਚ ਕੰਮ ਕਰਦੀਆਂ ਏਅਰ ਹੋਸਟਸ ਵੱਲ ਦੇਖ ਕੇ ਮੁਸਕਰਾ ਰਿਹਾ ਸੀ। ਹੋ ਸਕਦਾ ਹੈ ਇਹਨਾਂ ਵਰਗੀ ਹੀ ਜੀਵਨ ਸਾਥਣ ਮਿਲ ਜਾਵੇ। ਦਿੱਲੀ ਪਹੁੰਚਦਿਆਂ ਮੇਰੀ ਮੁਸਕਰਾਹਟ ਨੇ ਗੰਭੀਰ ਰੂਪ ਧਾਰਨ ਕਰ ਲਿਆ, ਕਿਉਂਕਿ ਏਅਰਪੋਰਟ 'ਤੇ ਕੰਮ ਕਰਨ ਵਾਲਿਆਂ ਦਾ ਫਿੱਕਾ ਵਰਤਾਓ ਮੈਨੂੰ ਤੰਗ ਕਰ ਰਿਹਾ ਸੀ। ਦੂਜਾ ਨਵੰਬਰ ਦਾ ਮਹੀਨਾ ਹੋਣ ਕਾਰਨ 1984 ਦਾ ਨਵੰਬਰ ਯਾਦ ਆ ਗਿਆ। ਮੇਰਾ ਮੂੰਹ ਦੇਖ ਕੇ ਡੈਡੀ ਨੇ ਵੀ ਕਹਿ ਦਿੱਤਾ, ਕੀ ਗੱਲ ਉਦਾਸ ਕਿਉਂ ਹੋ ਗਿਆ? ਦੇਸ਼ ਪਹੁੰਚਣ 'ਤੇ ਸਗੋਂ ਖੁਸ਼ ਹੋਣਾ ਚਾਹੀਦਾ ਹੈ। ਜਿਸ ਦੇਸ਼ ਵਿੱਚ ਸੱਚ ਨੂੰ ਫਾਂਸੀਆਂ ਤੇ ਠੱਗਾਂ ਨੂੰ ਕੁਰਸੀਆਂ ਮਿਲਦੀਆਂ ਹੋਣ, ਉੱਥੇ ਪਹੁੰਚਣ ਵਿੱਚ ਕੀ ਚਾਅ ਤੇ ਕੀ ਖੁਸ਼ੀ। ਮੈਂ ਕਠੋਰ ਆਵਾਜ਼ ਵਿੱਚ ਡੈਡੀ ਵੱਲੋਂ ਵਰਤੀ ਗਈ ਕਹਾਵਤ ਵਰਤੀ, ਨੰਗਾ ਨਹਾਊਗਾ ਕਿ ਨਿਚੋੜੂਗਾ ਕੀ। ਮੇਰੀ ਗੱਲ ਉੱਪਰ ਡੈਡੀ ਵਿਅੰਗਮਈ ਮੁਸਕਰਾਏ, ਪਤਾ ਨਹੀਂ ਮੇਰੇ ਵੱਲੋਂ ਪਾਈ ਗਈ ਕਹਾਵਤ ਉੱਪਰ ਜਾਂ ਦੇਸ਼ ਦੇ ਭ੍ਰਿਸ਼ਟ ਢਾਂਚੇ 'ਤੇ। ਮੰਮੀ ਕੁਝ ਬੋਲਣਾ ਚਾਹੁੰਦੇ ਸੀ, ਪਰ ਸਾਹਮਣੇ ਮੇਰੇ ਚਾਚਾ ਜੀ ਦਾ ਮੁੰਡਾ ਹਰਜੀਤ ਦਿਸ ਪਿਆ। ਸਭ ਦਾ ਧਿਆਨ ਉਸ ਵੱਲ ਹੋ ਗਿਆ। ਉਸ ਦੀ ਵੈਨ ਵਿੱਚ ਬੈਠ ਕੇ ਪਿੰਡ ਵਾਲੇ ਨੂੰ ਚਾਲੇ ਪਾ ਲਏ। 1-2 ਦਿਨ ਬਾਅਦ ਜਿਸ ਮਕਸਦ ਲਈ ਪਿੰਡ ਗਏ ਸੀ ਸ਼ੁਰੂ ਹੋ ਗਿਆ। 2-4 ਕੁੜੀਆਂ ਦੇਖੀਆਂ ਵੀ। ਘਰ ਦੇ ਕੁੜੀ ਦੀ ਅਕਲ ਉੱਪਰ ਜ਼ੋਰ ਦੇ ਰਹੇ ਸਨ, ਪਰ ਮੈਂ ਸ਼ਕਲ 'ਤੇ। ਸਾਡੇ ਇਲਾਕੇ ਤੋਂ ਦੂਰ ਦਰੇਡੇ ਸ਼ਹਿਰ ਤੋਂ ਇੱਕ ਰਿਸ਼ਤੇ ਦੀ ਦੱਸ ਪਈ।
ਸ਼ਹਿਰ ਦੇ ਹੋਟਲ ਵਿੱਚ ਹੀ ਦੇਖ ਦਿਖਾਈ ਪ੍ਰੋਗਰਾਮ ਬਣ ਗਿਆ। ਕੁੜੀ ਦੀ ਸ਼ਕਲ ਤਾਂ ਸੋਹਣੀ ਸੀ ਹੀ, ਫੈਸ਼ਨ ਵੀ ਅੱਤ ਦਾ ਸੀ। ਗੱਲਬਾਤ ਹੋਈ ਤਾਂ ਪੰਜਾਬੀ ਨਾਲੋਂ ਇੰਗਲਿਸ਼ ਦੇ ਸ਼ਬਦ ਜ਼ਿਆਦਾ ਬੋਲੇ। ਸੋਚਿਆ ਇਹ ਵਧੀਆ, ਕੈਨੇਡਾ ਦੇ ਕੰਮਕਾਰ ਵਿੱਚ ਇੰਗਲਿਸ਼ ਹੀ ਤਾਂ ਕੰਮ ਆਉਂਦੀ ਆ। ਕੁੜੀ ਪਸੰਦ ਦੀ ਹਾਮੀ ਭਰਨ ਲਈ ਮੰਮੀ ਨੇ ਕੰਨ ਨੇੜੇ ਹੋ ਕੇ ਕਿਹਾ, ਠੀਕ ਆ। ਮੇਰੀ ਹਾਮੀ ਸੁਣ ਕੇ ਡੈਡੀ ਨੇ ਕਿਹਾ, ਘਰ ਜਾ ਕੇ ਸਲਾਹ ਕਰਕੇ ਦੱਸਾਂਗੇ ਜੀ। ਪਿੰਡ ਮੁੜਦੇ ਸਮੇਂ ਮੈਂ ਰਸਤੇ ਵਿੱਚ ਹੀ ਪੁੱਛਿਆ, ਕੁੜੀ ਤਾਂ ਠੀਕ ਸੀ, ਸਲਾਹ ਕਾਹਦੀ ਕਰਨੀ ਆ? ਕੁੜੀ ਬਹੁਤ ਤੇਜ਼ ਲੱਗਦੀ ਆ, ਮੰਮੀ ਨੇ ਆਪਣੀ ਜ਼ਿੰਦਗੀ ਦੇ ਤਜਰਬੇ 'ਤੇ ਕਿਹਾ। ਉਹ ਤਾਂ ਇੱਥੇ ਹੀ ਵਾਲ ਕਟਵਾਈ ਫਿਰਦੀ ਆ, ਕੈਨੇਡਾ ਜਾ ਕੇ ਕੀ ਕਰੇਗੀ? ਮੈਨੂੰ ਵੀ ਉਸ ਵਿੱਚ ਅਸਲੀਅਤ ਘੱਟ ਤੇ ਦਿਖਾਵਾ ਜ਼ਿਆਦਾ ਲੱਗਾ। ਡੈਡੀ ਨੇ ਆਪਣਾ ਖਿਆਲ ਦੱਸਿਆ। ਸਮਾਈਲ ਤਾਂ ਉਹਦੇ ਮੂੰਹ ਉੱਪਰ ਬਿਲਕੁਲ ਵੀ ਨਹੀਂ ਸੀ। ਤੁਹਾਨੂੰ ਉੱਦਾਂ ਹੀ ਲੱਗਦਾ, ਮੈਂ ਬੋਲਿਆ, ਜਰਾ ਮਾਡਰਨ ਆ। ਮੈਂ ਉਹਦੀ ਸੁੰਦਰਤਾ ਦੇ ਅਧੀਨ ਹੋ ਕੇ ਬੋਲ ਰਿਹਾ ਸੀ। ਉਸ ਦੇ ਹਸੀਨ ਚਿਹਰੇ ਨੇ ਜਿਵੇਂ ਸਭ ਐਬ ਢੱਕ ਲਏ ਹੋਣ। ਮੈਨੂੰ ਕੋਈ ਵੀ ਭੈੜ ਨਜ਼ਰ ਨਹੀਂ ਆਇਆ। ਮੇਰੀ ਗੱਲ ਸੁਣ ਕੇ ਜਦੋਂ ਮੰਮੀ ਡੈਡੀ ਚੁੱਪ ਰਹੇ ਤਾਂ ਮੈਂ ਫਿਰ ਬੋਲਿਆ, ਸੂਰਤ ਤਾਂ ਬਥੇਰੀ ਸੋਹਣੀ ਆ, ਸੁੰਦਰਤਾ ਨਾਲੋਂ ਸੀਰਤ ਸੋਹਣੀ ਹੋਵੇ ਤਾਂ ਜ਼ਿੰਦਗੀ ਸੋਹਣੀ ਨਿਕਲਦੀ ਆ। ਡੈਡੀ ਨੇ ਕਿਹਾ, ਸੋਹਣੀ ਸੂਰਤ ਨੂੰ ਤਾਂ ਜਵਾਨੀ ਵੇਲੇ ਹੀ ਸਲਾਮਾਂ ਹੁੰਦੀਆਂ ਨੇ, ਜੇ ਸੀਰਤ ਸੋਹਣੀ ਹੋਵੇ ਤਾਂ ਸਾਰੀ ਉਮਰ ਹੁੰਦੀਆਂ ਨੇ। ਭਾਵੇਂ ਮੈਨੂੰ ਉਸ ਕੁੜੀ ਦੀ ਸੀਰਤ ਬਾਰੇ ਕੁਝ ਵੀ ਨਹੀਂ ਸੀ ਪਤਾ, ਪਰ ਫਿਰ ਵੀ ਕਹਿ ਦਿੱਤਾ, ਜੇ ਸੂਰਤ ਦੇ ਨਾਲ ਸੀਰਤ ਵੀ ਵਧੀਆ ਹੋਵੇ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਡੈਡੀ ਨੇ ਕਿਹਾ, ਪਰ ਸੀਰਤ ਦਾ ਤਾਂ ਵਾਹ ਪੈਣ ਨਾਲ ਹੀ ਪਤਾ ਲੱਗਦਾ। ਘਰ ਜਾ ਕੇ ਵੀ ਡੈਡੀ ਮੰਮੀ ਨੇ ਸਮਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ, ਪਰ ਮੈਂ ਟਸ ਤੋਂ ਮਸ ਨਾ ਹੋਇਆ। ਕਹਿ ਦਿੱਤਾ ਕਿ ਮੈਂ ਤਾਂ ਇਸ ਕੁੜੀ ਨਾਲ ਹੀ ਵਿਆਹ ਕਰਵਾਉਣਾ। ਸੋ ਵਿਆਹ ਹੋ ਗਿਆ। ਵਿਆਹ ਦੇ ਚਾਅ ਵਿੱਚ ਕਈ ਥਾਵਾਂ 'ਤੇ ਉਸ ਨੂੰ ਘੁਮਾਇਆ। ਛੇਤੀ ਹੀ ਆਗਰਾ, ਦਿੱਲੀ, ਫਿਰ ਰਾਜਸਥਾਨ ਪਹੁੰਚੇ। ਉਸ ਦੀਆਂ ਮਿੱਠੀਆਂ ਗੱਲਾਂ ਦੀ ਮਿਠਾਸ ਵਿੱਚ ਗੁਲਤਾਨ ਹੋ ਕੇ ਘਰਦਿਆਂ ਨੂੰ ਥੋੜ੍ਹਾ ਅੱਖੋਂ ਪਰੋਖੇ ਕਰਦਾ ਵਾਪਸ ਕੈਨੇਡਾ ਪਹੁੰਚਾ। ਪੰਜਾਬ ਤੋਂ ਵਾਪਸ ਆ ਕੇ ਮੈਂ ਤਾਂ ਡੈਡੀ ਹੋਰ ਵੀ ਮਿਹਨਤ ਨਾਲ ਕੰਮ ਕਰਨ ਲੱਗੇ। ਉਸ ਦਿਨ ਡੈਡੀ 12 ਘੰਟੇ ਕੰਮ ਕਰਕੇ ਘਰ ਪਹੁੰਚੇ ਤੇ ਮੈਂ ਕਿਹਾ, ਡੈਡੀ ਤੁਸੀਂ ਇੰਨੇ ਘੰਟੇ ਕੰਮ ਨਾ ਕਰਿਆ ਕਰੋ। ਮੈਂ ਚਾਹੁੰਦਾ ਕਿ ਬਹੂ ਦੇ ਆਉਣ ਤੱਕ ਤੇਰਾ ਘਰ ਫ੍ਰੀ ਹੋ ਜਾਵੇ। ਡੈਡੀ ਨੇ ਕਿਹਾ, ਬਸ ਤੁਸੀਂ ਖੁਸ਼ ਰਹੋ, ਕਿਸੇ ਗੱਲ ਦਾ ਭਾਰ ਨਾ ਹੋਵੇ। ਪਹਿਲਾਂ ਭਾਵੇਂ ਤੁਸੀਂ ਮੰਮੀ ਇਸ ਰਿਸ਼ਤੇ ਨੂੰ ਪਸੰਦ ਨਹੀਂ ਸੀ ਕਰਦੇ, ਮੈਂ ਪੁਰਾਣੀ ਗੱਲ ਕਰਵਾਉਂਦਿਆਂ ਯਾਦ ਕਰਵਾਇਆ, ਪਰ ਹੁਣ ਖੁਸ਼ ਲੱਗਦੇ ਹੋ। ਕਾਕਾ, ਜੇ ਤੂੰ ਖੁਸ਼ ਹਾਂ ਤਾਂ ਅਸੀਂ ਵੀ ਖੁਸ਼ ਹਾਂ। ਮੰਮੀ ਨੇ ਡੈਡੀ ਦੀ ਲੰਚ ਕਿੱਟ 'ਚੋਂ ਭਾਂਡੇ ਕੱਢਦੇ ਕਿਹਾ, ਤੇਰੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਆ। ਹੁਣ ਸੰਜਦੀਪ ਛੇਤੀ ਆ ਜਾਵੇ। ਡੈਡੀ ਨੇ ਸੋਫੇ ਉੱਪਰ ਬੈਠਦਿਆਂ ਕਿਹਾ, ਜਿਸ ਦਿਨ ਉਸ ਨੇ ਆਉਣਾ ਉਸ ਦਿਨ ਵੱਡੀ ਪਾਰਟੀ ਦਾ ਇੰਤਜ਼ਾਮ ਕਰਾਂਗੇ। ਪਹਿਲਾਂ ਰਿਲੈਕਸ ਹੋ ਕੇ ਬੈਠੋ, ਮੈਂ ਕਿਹਾ। ਆਪਣੀ ਪੱਗ ਲਾ ਲਓ। ਪੱਗ ਲਾ ਲਓ ਨਹੀਂ ਕਹੀਦਾ, ਮੰਮੀ ਨੇ ਟੋਕਿਆ। ਪੱਗ ਵਧਾ ਲਓ ਕਹੀਦਾ। ਨਾਲੇ ਮੈਂ ਤਾਂ ਪਹਿਲਾਂ ਹੀ ਗੁਰਦੁਆਰੇ ਕੀਰਤਨ ਕਰਵਾਉਣਾ। ਮੈਂ ਤਾਂ ਕੱਲ੍ਹ ਗੁਰਦੁਆਰੇ ਭਾਈ ਜੀ ਨੂੰ ਵੀ ਪੁੱਛ ਆਈ ਹਾਂ ਕਿ ਅਗਲੇ ਮਹੀਨੇ ਦੇ ਅਖੀਰ ਵਿੱਚ ਸੰਜਦੀਪ ਨੇ ਆਉਣਾ। ਉਦੋਂ ਜੇ ਕੋਈ ਵੀਕਐਂਡ ਵਿਹਲਾ ਹੈ ਤਾਂ ਸਾਨੂੰ ਦੇ ਦਿਓ। ਭਾਈ ਜੀ ਨੇ ਐਤਵਾਰ ਦਾ ਦਿਨ ਦੱਸਿਆ। ਉਹ ਮੈਂ ਲਿਖਵਾ ਆਈ। ਪਾਰਟੀ ਵੀ ਕਰ ਲਿਓ ਤੇ ਕੀਰਤਨ ਵੀ ਕਰਵਾ ਲਿਓ, ਮੈਂ ਗੱਲ ਨਿਮੇੜਦਿਆਂ ਕਿਹਾ। ਮੰਮੀ ਰੋਟੀ ਪਕਾ ਦਿਓ, ਭੁੱਖ ਲੱਗੀ ਆ। ਫੋਨ ਉੱਪਰ ਮੇਰੀ ਤੇ ਸੰਜਦੀਪ ਦੀ ਗੱਲਬਾਤ ਹੁੰਦੀ ਰਹਿੰਦੀ। ਜਦੋਂ ਉਸਨੇ ਦੱਸਿਆ ਕਿ ਉਸ ਨੂੰ ਵੀਜ਼ਾ ਮਿਲ ਗਿਆ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਜਿਸ ਦਿਨ ਉਸਨੇ ਉਤਰਨਾ ਸੀ ਉਸ ਦਿਨ ਅਸੀਂ ਸਾਰੇ ਤੜਕੇ ਉੱਠੇ, ਘਰ ਦੀ ਸਫਾਈ ਕਰਕੇ ਦੁਲਹਨ ਵਾਂਗ ਹੀ ਸਜਾ ਦਿੱਤਾ। ਏਅਰਪੋਰਟ ਨੂੰ ਤੁਰਨੇ ਲੱਗੇ ਸੀ ਕਿ ਡੈਡੀ ਦੇ ਡੈਲਟੇ ਵਾਲੇ ਚਾਚੇ ਦਾ ਫੋਨ ਆ ਗਿਆ। ਅੱਜ ਸ਼ਾਮ ਨੂੰ ਤੁਹਾਡੇ ਵੱਲ ਗੇੜਾ ਮਾਰਾਂਗਾ। ਚਾਚਾ ਜੀ, ਅੱਜ ਤੁਹਾਡੀ ਪੋਤ ਨੂੰ ਵੀ ਆ ਰਹੀ ਆ। ਡੈਡੀ ਨੇ ਆਪਣੀ ਖੁਸ਼ੀ ਵੰਡ ਕੇ ਕਿਹਾ, ਸ਼ਾਮ ਦੀ ਰੋਟੀ ਸਾਡੇ ਵੱਲ ਹੀ ਖਾਇਓ। ਹਲਾ ਵਧਾਈਆਂ ਹੋਣ। ਫੋਨ ਦਾ ਸਪੀਕਰ ਔਨ ਕਰਨ ਵਧਾਈਆਂ ਮੇਰੇ ਕੰਨਾਂ ਤੱਕ ਵੀ ਪੁੱਜ ਗਈਆਂ। ਝਾਈ ਸੰਜਦੀਪ ਨੂੰ ਘਰ ਲੈ ਕੇ ਆਏ। ਸ਼ਾਮ ਹੋਣ ਤੋਂ ਪਹਿਲਾਂ ਮੰਮੀ ਨੇ ਬਹੁਤ ਹੀ ਪਿਆਰ ਨਾਲ ਸੰਜਦੀਪ ਨੂੰ ਕਿਹਾ, ਪੁੱਤ ਸ਼ਾਮ ਨੂੰ ਤੇਰੇ ਡੈਡੀ ਦੇ ਚਾਚਾ ਜੀ ਆ ਰਹੇ ਹਨ, ਉਹਨਾਂ ਦੇ ਸਾਹਮਣੇ ਸਿਰ ਢੱਕ ਲਈ। ਮੈਂ ਤਾਂ ਸਿਰ ਕਦੇ ਇੰਡੀਆ ਵਿੱਚ ਵੀ ਨਹੀਂ ਸੀ ਢੱਕਿਆ। ਸੰਜਦੀਪ ਨੇ ਇੱਕਦਮ ਕਿਹਾ, ਕੈਨੇਡਾ ਵਿੱਚ ਇਸ ਤਰ੍ਹਾਂ ਦੇ ਪਿਛਾਓਂ ਖਿੱਚੂ ਲੋਕ ਵੀ ਨੇ। ਮੰਮੀ ਨੇ ਮੇਰੇ ਮੂੰਹ ਵੱਲ ਦੇਖਿਆ ਤੇ ਮੈਂ ਕਿਹਾ, ਦੀਪ ਥੋੜ੍ਹੀ ਦੇਰ ਲਈ ਤਾਂ ਗੱਲ ਆ, ਸਿਆਣੇ ਗੁਰਸਿੱਖਾਂ, ਉਹਨਾਂ ਨੂੰ ਸਿਰ ਢੱਕਿਆਂ ਚੰਗਾ ਲੱਗਦਾ। ਬੋਲੀ ਤਾਂ ਕੁਝ ਨਾ, ਪਰ ਜਦੋਂ ਚਾਚੀ ਜੇ ਆਏ ਤਾਂ ਉਸ ਨੇ ਅੱਧ-ਪਚੱਧਾ ਜਿਹਾ ਸਿਰ ਢੱਕ ਲਿਆ। ਸੰਜਦੀਪ ਦੀ ਆਈ ਦੇ ਚਾਅ ਵਿੱਚ ਕੀਤੇ ਪ੍ਰੋਗਰਾਮ ਜਦੋਂ ਖਤਮ ਹੋ ਗਏ
ਤਾਂ ਜ਼ਿੰਦਗੀ ਆਮ ਵਾਂਗ ਫਿਰ ਹੋ ਗਈ। ਸੰਜਦੀਪ ਵੀ ਕੰਮ ਉੱਪਰ ਜਾਣ ਲੱਗ ਪਈ। ਜਿੰਨੇ ਪੈਸੇ ਕਮਾ ਕੇ ਲਿਆਉਂਦੀ ਉਸ ਤੋਂ ਵੱਧ ਕੇ ਖਰਚ ਕਰ ਦਿੰਦੀ। ਮੈਂ ਤਾਂ ਉਸਨੂੰ ਕੀ ਟੋਕਣਾ ਸੀ। ਮੰਮੀ ਨੇ ਵੀ ਸਿਰ ਢੱਕਣ ਦੀ ਗੱਲ ਤੋਂ ਬਾਅਦ ਕਦੇ ਕੁਝ ਨਹੀਂ ਕਿਹਾ। ਕਿਚਨ ਦੇ ਕੰਮ ਵਿੱਚ ਵੀ ਜੇ ਸੰਜਦੀਪ ਦਾ ਦਿਲ ਕਰਦਾ ਤਾਂ ਹੈਲਪ ਕਰਵਾ ਦਿੰਦੀ, ਨਹੀਂ ਤਾਂ ਮੰਮੀ ਆਪ ਹੀ ਸਾਰਾ ਕੰਮ ਕਰ ਲੈਂਦੇ। ਪੰਜਾਬ ਤੋਂ ਜਦੋਂ ਵੀ ਉਸ ਦੇ ਮਾਪਿਆਂ ਦਾ ਫੋਨ ਆਉਂਦਾ, ਪਹਿਲੀ ਗੱਲ ਤਾਂ ਇਹ ਹੁੰਦੀ ਕਿ ਸਾਡੀ ਚਿੱਠੀ ਛੇਤੀ ਭਰ ਦਿਓ। ਸੰਜਦੀਪ ਨੇ ਚਿੱਠੀ ਭਰਨ ਤੋਂ 2 ਦਿਨ ਬਾਅਦ ਮੈਨੂੰ ਕਿਹਾ, ਇੱਕ ਖੁਸ਼ਖਬਰੀ ਦੱਸਾਂ? ਦੱਸ, ਮੈਂ ਉਤਾਵਲੇ ਹੋ ਕੇ ਕਿਹਾ। ਕੀ ਖੁਸ਼ਖਬਰੀ ਆ? ਮੈਂ ਪ੍ਰੈਗਨੈਂਟ ਹਾਂ। ਉਹ ਬੱਲੇ ਬੱਲੇ, ਇਹ ਕਹਿੰਦਿਆਂ ਮੈਂ ਖੁਸ਼ੀ ਵਿੱਚ ਨੱਚ ਉਸ ਨੂੰ ਚੁੱਕ ਲਿਆ। ਡਾਕਟਰ ਨੇ ਦੱਸਿਆ ਕਿ ਬੱਚੇ ਜੋੜੇ ਨੇ, ਸਭ ਕੁਝ ਠੀਕ ਠਾਕ ਆ। ਇਹਨਾਂ ਦਿਨਾਂ ਵਿੱਚ ਸੰਜਦੀਪ ਕੰਪਿਊਟਰ ਉੱਪਰ ਹੀ ਜ਼ਿਆਦਾ ਬੈਠੀ ਰਿਹਾ ਕਰੇ। ਕਈ ਵਾਰੀ ਮੈਂ ਕਹਿਣਾ ਕੰਪਿਊਟਰ 'ਤੇ ਬੈਠਣਾ ਨਹੀਂ ਠੀਕ। ਮੈਨੂੰ ਪਤਾ ਹੈ ਕੀ ਠੀਕ ਹੈ ਕੀ ਨਹੀਂ। ਉਹ ਗੁੱਸੇ ਵਿੱਚ ਬੋਲੀ, ਤੁਸੀਂ ਆਪਣੇ ਕੰਮ ਨਾਲ ਮਤਲਬ ਰੱਖੋ। ਇਸ ਗੱਲ 'ਤੇ ਮੈਨੂੰ ਬਹੁਤ ਗੁੱਸਾ ਆਇਆ। ਪ੍ਰੈਗਨੈਂਸੀ ਦੌਰਾਨ ਕਈ ਵਾਰੀ ਔਰਤਾਂ ਦੇ ਮੂਡ ਬਦਲ ਜਾਂਦੇ ਨੇ। ਇਹ ਸੋਚ ਕੇ ਗੁੱਸਾ ਮੈਂ ਆਪ ਹੀ ਪੀ ਗਿਆ। ਪਰ ਸੰਜਦੀਪ ਨੇ ਆਪਣਾ ਉਹੀ ਵਿਵਹਾਰ ਰੱਖਿਆ। ਕੰਪਿਊਟਰ ਉੱਪਰ ਬੈਠਣਾ ਅੱਗੇ ਨਾਲੋਂ ਵੀ ਵੱਧ ਗਿਆ। ਪਰ ਸਬਰ ਰੱਖਦਾ ਦਿਨ ਕੱਟੀ ਗਿਆ। ਜਿਸ ਦਿਨ ਰੱਬ ਨੇ ਇੱਕ ਕਾਕਾ ਤੇ ਇੱਕ ਗੁੱਡੀ ਮੇਰੀ ਝੋਲੀ ਵਿੱਚ ਪਾਏ, ਮੇਰੀ ਖੁਸ਼ੀ ਦਾ ਤਾਂ ਅੰਤ ਨਾ ਰਿਹਾ। ਥੋੜ੍ਹੇ ਦਿਨਾਂ ਬਾਅਦ ਬੱਚਿਆਂ ਦੇ ਨਾਨਕੇ ਵੀ ਆ ਗਏ। ਕਾਫੀ ਦਿਨ ਸਭ ਕੁਝ ਚੰਗਾ ਚੱਲਦਾ ਰਿਹਾ। ਥੋੜ੍ਹੇ ਦਿਨਾਂ ਬਾਅਦ ਹੀ ਸੰਜਦੀਪ ਨੇ ਲੜਾਈ ਪਾ ਲਈ। ਮੇਰੇ ਮਾਂ-ਬਾਪ ਤੇਰੇ ਮੰਮੀ ਡੈਡੀ ਦੇ ਸਾਹਮਣੇ ਖੁੱਲ੍ਹ ਕੇ ਨਹੀਂ ਰਹਿ ਸਕਦੇ, ਇਹਨਾਂ ਨੂੰ ਜੁਦੇ ਕਰ। ਉਸ ਨੇ ਇਹ ਗੱਲ ਆਪਣੀ ਮਾਂ ਦੇ ਸਾਹਮਣੇ ਕਹੀ। ਉਸ ਦੀ ਮਾਂ ਨੇ ਉਸ ਨੂੰ ਕੁਝ ਵੀ ਨਾ ਕਿਹਾ, ਪਰ ਮੇਰੇ ਤਾਂ ਖਾਨਿਓ ਗਈ। ਮੈਂ ਸੰਜਦੀਪ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਸ ਨੇ ਜਿੱਦ ਫੜ ਲਈ ਕਿ ਅਭੀ ਤੋਂ ਤਭੀ, ਆਪਣੇ ਮੰਮੀ ਡੈਡੀ ਨੂੰ ਅਲੱਗ ਕਰ। ਪਰੇਸ਼ਾਨੀ ਨੇ ਮੈਨੂੰ ਘੇਰ ਲਿਆ। ਮੈਨੂੰ ਪਰੇਸ਼ਾਨ ਦੇਖ ਮੰਮੀ ਨੇ ਕਿਹਾ, ਕੀ ਗੱਲ ਪੁੱਤ, ਮੈਂ ਦੇਖਦੀ ਹਾਂ ਤੂੰ ਉਧਰਿਆ ਜਾ ਰਹਿਣਾ, ਕੰਮ ਦਾ ਜ਼ੋਰ ਆ। ਮੈਂ ਝੂਠ ਬੋਲਿਆ, ਹੋਰ ਤਾਂ ਕੋਈ ਗੱਲ ਨਹੀਂ, ਸੱਚ ਦੱਸ। ਮੰਮੀ ਨੇ ਕਿਹਾ, ਦਾਈਆਂ ਤੋਂ ਪੇਟ ਗੁੱਝੇ ਨਹੀਂ ਰਹਿੰਦੇ, ਮੈਂ ਤੇਰੀ ਮਾਂ। ਜਦੋਂ ਸਾਰੀ ਗੱਲ ਦੱਸੀ ਤਾਂ ਮੇਰੀ ਪਰੇਸ਼ਾਨੀ ਦੂਰ ਕਰਨ ਲਈ ਮੰਮੀ ਨੇ ਕਿਹਾ, ਕੋਈ ਗੱਲ ਨਹੀਂ, ਅਸੀਂ ਬੇਸਮੈਂਟ ਵਿੱਚ ਚਲੇ ਜਾਂਦੇ ਹਾਂ, ਲੜਾਈ ਕਾਹਨੂੰ ਵਧਾਉਣੀ। ਮੰਮੀ ਦਾ ਸੁਭਾਅ ਸ਼ਰੀਫ ਆ, ਉਹ ਲੜਾਈ ਤੋਂ ਬਹੁਤ ਡਰਦੇ ਨੇ। ਪਤਾ ਨਹੀਂ ਉਹਨਾਂ ਡੈਡੀ ਨਾਲ ਕੀ ਗੱਲ ਕੀਤੀ, ਛੇਤੀ ਦੋਨੋਂ ਬੇਸਮੈਂਟ ਵਿੱਚ ਚਲੇ ਗਏ। ਥੋੜਾ ਚਿਰ ਫਿਰ ਅੱਛਾ ਚੱਲਦਾ ਰਿਹਾ। ਹੌਲੀ ਹੌਲੀ ਸੰਜਦੀਪ ਬਦਲਣ ਲੱਗੀ। ਮੈਂ ਸੋਚਿਆ ਫਿਰ ਤੋਂ ਪ੍ਰੈਗਨੈਂਟ ਨਾ ਹੋ ਗਈ ਹੋਵੇ। ਇਸ ਬਾਰੇ ਗੱਲ ਕੀਤੀ ਤਾਂ ਬੋਲੀ, ਆਪਣੇ ਮੰਮੀ ਡੈਡੀ ਨੂੰ ਕਿਤੇ ਹੋਰ ਬੇਸਮੈਂਟ ਲੈ ਕੇ ਦੇ, ਇੱਥੇ ਮੇਰੇ ਭਰਾ ਨੇ ਬੇਸਮੈਂਟ ਵਿੱਚ ਮੂਵ ਹੋਣਾ। ਕਿਉਂ? ਉੱਪਰ ਨਿਆਣੇ ਰੋਂਦੇ ਰਹਿੰਦੇ ਆ, ਉਸ ਕੋਲੋਂ ਪੜ੍ਹ ਨਹੀਂ ਹੁੰਦਾ। ਤੇਰੀ ਮੱਤ ਨੂੰ ਕੀ ਹੋ ਗਿਆ? ਮੇਰੀ ਮੱਤ ਤਾਂ ਪਹਿਲਾਂ ਵਾਂਗ ਹੀ ਆ, ਆਪਣੀ ਅਕਲ ਨੂੰ ਹੱਥ ਮਾਰ। ਇਹ ਗੱਲ ਨੂੰ ਲੈ ਕੇ ਕਈ ਦਿਨ ਤੱਕ ਘਰ 'ਚ ਲੜਾਈ ਚੱਲਦੀ ਰਹੀ। ਲੜਦਿਆਂ ਦੀਆਂ ਉੱਚੀਆਂ ਆਵਾਜ਼ਾਂ ਜਦੋਂ ਬੇਸਮੈਂਟ ਵਿੱਚ ਪੁੱਜੀਆਂ ਤਾਂ ਡੈਡੀ ਨੇ ਮੇਰੇ ਸੈਲਰ ਫੋਨ ਉੱਪਰ ਕੀਤਾ, ਮੈਨੂੰ ਬੁਲਾਇਆ, ਹਕੀਕਤ ਦੱਸੀ ਤਾਂ ਡੈਡੀ ਤਾਂ ਚੁੱਪ ਕਰ ਰਿਹਾ। ਮੰਮੀ ਬੋਲੀ, ਕੋਈ ਗੱਲ ਨਹੀਂ, ਅਸੀਂ ਮੂਵ ਹੋ ਜਾਂਦੇ ਹਾਂ। ਤੁਸੀਂ ਐਵੇਂ ਮੂਵ ਹੋ ਜਾਂਦੇ ਹੋ? ਨਹੀਂ ਕਾਕਾ, ਘਰ ਵਿੱਚ ਲੜਾਈ ਚੰਗੀ ਨਹੀਂ ਹੁੰਦੀ। ਕਹਿੰਦੇ ਆ ਕਲਾ ਕਲੰਦਰ ਵਸੇ, ਘੜੋਂ ਪਾਣੀ ਨਸੇ। ਡੈਡੀ ਆਪਣੇ ਫਰੈਂਡ ਦੀ ਬੇਸਮੈਂਟ ਵਿੱਚ ਮੰਮੀ ਨਾਲ ਮੂਵ ਹੋ ਗਏ। ਦੁਬਾਰਾ ਫਿਰ ਸਭ ਅੱਛਾ ਚੱਲਣ ਲੱਗਿਆ। ਬੱਚੇ ਪ੍ਰੀ ਸਕੂਲ ਜਾਣ ਲੱਗ ਪਏ। ਇੱਕ ਦਿਨ ਕੰਮ ਤੋਂ ਸਿੱਧਾ ਮੈਂ ਬੱਚਿਆਂ ਨੂੰ ਚੁੱਕਣ ਗਿਆ ਤਾਂ ਸੰਜਦੀਪ ਵੀ ਮੰਮੀ ਵੀ ਬੱਚੇ ਲੈਣ ਪਹੁੰਚੀ ਹੋਈ ਸੀ। ਉਸ ਦੀ ਮੇਰੇ ਵੱਲ ਪਿੱਠ ਹੋਣ ਕਾਰਨ ਮੈਨੂੰ ਦੇਖ ਨਾ ਸਕੀ। ਕਿਸੇ ਜਨਾਨੀ ਨਾਲ ਗੱਲ ਕਰਦੀ ਕਹਿ ਰਹੀ ਸੀ, ਭੈਣ ਜੀ ਕੀ ਕਰਦੇ? ਸੰਜਦੀਪ ਦੇ ਸੱਸ ਸਹੁਰਾ ਬਹੁਤ ਕਪੱਤੇ ਕਰਦੇ ਸੀ, ਕੁੜੀ ਨੂੰ ਬਹੁਤ ਔਖਾ ਕਰਦੇ। ਸੰਜਦੀਪ ਨੇ ਵੀ ਉਹਨਾਂ ਨੂੰ ਖਰੀਆਂ ਸੁਣਾਈਆਂ ਤਾਂ ਡਰਦੇ ਆਪ ਹੀ ਚਲੇ ਗਏ। ਇਹ ਸਾਰਾ ਝੂਠ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੰਮੀ ਦੀ ਗੱਲ ਕਹੀ ਯਾਦ ਆ ਗਈ, ਭਲਾ ਮਾਨਸ ਅੰਦਰ ਵੜਿਆ, ਕੁਪੱਤਾ ਆਖੇ ਮੇਤੋਂ ਡਰਿਆ। ਜਦੋਂ ਉਸ ਨੇ ਮੈਨੂੰ ਦੇਖਿਆ ਤਾਂ ਉਸ ਦੇ ਮੂੰਹ ਤੋਂ ਲੱਗਦਾ ਸੀ ਕਿ ਉਸ ਨੂੰ ਕੋਈ ਪਰਵਾਹ ਨਹੀਂ ਸੀ। ਬੋਲੀ, ਤੂੰ ਵੀ ਆ ਗਿਆ? ਚੱਲ ਲੈ ਕੇ ਜਵਾਕ, ਮੈਂ ਭੈਣ ਜੀ ਨਾਲ ਗੇੜਾ ਕੱਢ ਕੇ ਆਉਣੀ ਆ। ਇੱਕ ਦਿਨ ਫਿਰ ਸੰਜਦੀਪ ਲੜਾਈ ਪਾ ਕੇ ਬੈਠ ਗਈ, ਤੂੰ ਮੇਰੀ ਮਾਂ ਦੀ ਰਿਸਪੈਕਟ ਨਹੀਂ ਕਰਦਾ। ਰਿਸਪੈਕਟ ਕਰਾਉਣੀ ਵੀ ਆਉਣੀ ਚਾਹੀਦੀ ਆ। ਮੈਂ ਸਾਫ਼ ਕਿਹਾ, ਇੱਜ਼ਤ ਕਮਾਉਣੀ ਪੈਂਦੀ ਆ। ਮੈਂ ਕੁਝ ਲੋਕਾਂ ਨੂੰ ਜਾਣਦਾ ਜਿਹੜੇ ਇਹ ਕਹਿਣਗੇ ਕਿ ਬੱਚੇ ਸਾਡੀ ਰਿਸਪੈਕਟ ਨਹੀਂ ਕਰਦੇ। ਮੇਰਾ ਦਿਲ ਕਰਦਾ ਹੁੰਦਾ ਕਿ ਪੁੱਛਾਂ, ਤੁਸੀਂ ਰਿਸਪੈਕਟ ਲੈਣ ਲਈ ਆਪ ਕੀ ਕਰਦੇ ਹੋ? ਚਲੋ ਥੋੜ੍ਹੇ ਬਹੁਤੇ ਇਸ ਤਰ੍ਹਾਂ ਦੇ ਵੀ ਹੋਣਗੇ ਜਿਨ੍ਹਾਂ ਨੂੰ ਚੰਗੇ ਇਨਸਾਨਾਂ ਦੀ ਪਛਾਣ ਨਾ ਹੁੰਦੀ ਹੋਵੇ।
ਵੈਸੇ ਚੰਗੇ ਇਨਸਾਨਾਂ ਦੀ ਇੱਜ਼ਤ ਤਾਂ ਮਗਰ ਫਿਰਦੀ ਆ। ਖੈਰ, ਗੱਲ ਤਾਂ ਸਾਡੇ ਘਰ ਦੀ ਚੱਲ ਰਹੀ ਸੀ, ਜਿੱਥੇ ਹੁਣ ਰੋਜ਼ ਹੀ ਨਵਾਂ ਪੁਆੜਾ ਖੜਾ ਹੋ ਜਾਂਦਾ। ਅੱਜ ਸੰਜਦੀਪ ਨੇ ਸਵੇਰੇ ਸਵੇਰੇ ਨਵੀਂ ਗੱਲ ਕੱਢ ਲਈ, ਘਰ ਮੇਰੇ ਨਾਮ ਕਰਵਾ। ਘਰ ਤੇਰਾ ਹੀ ਆ, ਮੈਂ ਗੱਲ ਹੱਸ ਕੇ ਟਾਲਣ ਲੱਗਾ। ਘਰ ਵਿੱਚ ਤਾਂ ਤੇਰੀ ਹੀ ਮੁਖਤਿਆਰੀ ਚੱਲਦੀ ਆ, ਪੇਪਰਾਂ ਵਿੱਚ ਤਾਂ ਮੇਰਾ ਨਾਮ ਹੀ ਨਹੀਂ। ਪੇਪਰਾਂ ਵਿੱਚ ਤਾਂ ਮੇਰੇ ਮੰਮੀ ਡੈਡੀ ਦਾ ਨਾਮ ਵੀ ਨਹੀਂ। ਮੈਂ ਦੱਸਿਆ, ਜਿਨ੍ਹਾਂ 'ਤੇ ਮਿਹਨਤ ਕਰਕੇ ਇਹ ਘਰ ਬਣਾਇਆ। ਤੇਰੀ ਮੰਮੀ ਡੈਡੀ ਨੂੰ ਆਪਣਾ ਫਿਕਰ ਨਾ ਹੋਵੇਗਾ, ਉਸ ਨੇ ਬੇਸ਼ਰਮਾ ਵਾਂਗ ਕਿਹਾ। ਮੈਨੂੰ ਤਾਂ ਆਪਣਾ ਵੀ ਤੇ ਜਵਾਕਾਂ ਦਾ ਵੀ ਫਿਕਰ ਆ, ਉਹਨਾਂ ਨੂੰ ਕੋਈ ਲਾਲਚ ਨਹੀਂ ਸੀ। ਮੈਂ ਗੁੱਸੇ ਵਿੱਚ ਕਿਹਾ, ਉਹ ਤਾਂ ਹਮੇਸ਼ਾ ਮੇਰਾ ਭਲਾ ਸੋਚਦੇ ਆ, ਮੈਂ ਵੀ ਆਪਣੇ ਜਵਾਕਾਂ ਦਾ ਹੀ ਭਲਾ ਸੋਚਦੀ ਆ। ਸੰਜਦੀਪ ਲੜਨ ਦੀ ਇੰਨੀ ਤੇਜ਼ ਆ ਕਿ ਮੈਂ ਦੱਸ ਨਹੀਂ ਸਕਦਾ। ਘਰ ਨਾਮ ਲਵਾ ਕਹਿ ਮੇਰੇ ਕੰਨ ਖਾ ਲਏ। ਸ਼ਾਂਤੀ ਉਦੋਂ ਹੁੰਦੀ ਜਦੋਂ ਉਹ ਕੰਪਿਊਟਰ ਤੇ ਫੇਸਬੁੱਕ ਉੱਪਰ ਬੈਠੀ ਹੁੰਦੀ। ਘਰ ਵਿੱਚ ਸਦਾ ਲਈ ਸ਼ਾਂਤੀ ਰੱਖਣ ਲਈ, ਘਰ ਟੁੱਟਣ ਤੋਂ ਬਚਾਉਣ ਲਈ, ਬੱਚਿਆਂ ਦਾ ਭਵਿੱਖ ਸੋਚ ਕੇ ਕਿ ਜੇ ਤਲਾਕ ਹੋ ਗਿਆ ਬੱਚੇ ਰੁਲ ਜਾਣਗੇ, ਘਰ ਵੀ ਉਸ ਦੇ ਨਾਮ ਲਵਾ ਦਿੱਤਾ। ਘਰ ਨਾਮ ਲਵਾਉਣ ਦੀ ਦੇਰ ਸੀ, ਸੰਜਦੀਪ ਮੈਨੂੰ ਪਹਿਚਾਨਣੋਂ ਵੀ ਕੰਨੀ ਕਰਤਰਾਉਣ ਲੱਗੀ। ਘਰ ਵਿੱਚ ਮੇਰੀ ਹਾਲਤ ਕੁੱਤਿਆਂ ਤੋਂ ਵੀ ਮਾੜੀ ਹੋ ਗਈ। ਕਦੀ ਮਹਿਸੂਸ ਹੁੰਦਾ ਜਿਵੇਂ ਮੈਂ ਇਸ ਘਰ ਦਾ ਨੌਕਰ ਹੋਵਾਂ। ਇੱਕ ਦਿਨ ਮੈਂ ਇੰਨਾ ਪਰੇਸ਼ਾਨ ਹੋਇਆ ਕਿ ਪਾਰਕ ਵਿੱਚ ਬੈਠੇ ਨੂੰ ਪਤਾ ਹੀ ਨਾ ਲੱਗਾ ਕਦੋਂ ਹਨੇਰਾ ਹੋ ਗਿਆ। ਨਾਲ ਕੰਮ ਕਰਦਾ ਮੁੰਡਾ ਜੋ ਪਾਰਕ ਵਿੱਚ ਦੌੜਨ ਲਈ ਆਇਆ ਹੋਇਆ ਸੀ, ਮੇਰੀ ਹਾਲਤ ਦੇਖ ਕੇ ਮੇਰੇ ਕੋਲ ਰੁਕ ਗਿਆ। ਰੋ ਕੇ ਜਦੋਂ ਮੈਂ ਸਭ ਕੁਝ ਦੱਸਿਆ ਤਾਂ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ। ਮੈਂ ਉਸ ਘਰ ਵਿੱਚ ਨਹੀਂ ਰਹਿ ਸਕਦਾ। ਚੱਲ ਤੂੰ ਮੇਰੇ ਨਾਲ ਮੇਰੀ ਬੇਸਮੈਂਟ ਵਿੱਚ ਆ ਜਾ, ਮੈਂ ਇਕੱਲਾ ਰਹਿਣਾ। ਜਦੋਂ ਮੇਰੇ ਮਾਂ-ਬਾਪ ਘਰ ਛੱਡ ਕੇ ਚਲੇ ਗਏ ਸਨ, ਸ਼ਰਮ ਦੇ ਮਾਰੇ ਮੈਂ ਕਦੇ ਵੀ ਉਹਨਾਂ ਬਾਰੇ ਕਿਸੇ ਨੂੰ ਨਹੀਂ ਸੀ ਦੱਸਿਆ। ਸ਼ਾਇਦ ਇਸ ਕਰਕੇ ਇਸ ਮੁੰਡੇ ਨੂੰ ਵੀ ਨਹੀਂ ਸੀ ਪਤਾ ਮੇਰੇ ਮਾਂ-ਬਾਪ ਅਲੱਗ ਰਹਿ ਰਹੇ ਨੇ। ਜਦੋਂ ਮੈਂ ਘਰੋਂ ਆਪਣਾ ਮਾੜਾ ਮੋਟਾ ਸਮਾਨ ਚੁੱਕਣ ਗਿਆ, ਕਿਸੇ ਨੇ ਵੀ ਮੈਨੂੰ ਨਾ ਰੋਕਿਆ। ਮੁੰਡੇ ਨਾਲ ਰਹਿੰਦੇ ਕਿੰਨੇ ਦਿਨ ਹੋ ਗਏ ਤਾਂ ਮੰਮੀ ਦਾ ਫੋਨ ਆਇਆ, ਤੂੰ ਕਿੱਥੇ ਆ, ਫੋਨ ਕਿਉਂ ਨਹੀਂ ਚੁੱਕਦਾ। ਮੰਮੀ ਨੂੰ ਮੈਂ ਦੁਖੀ ਨਹੀਂ ਸੀ ਕਰਨਾ ਚਾਹੁੰਦਾ, ਇਸ ਲਈ ਕਹਿ ਦਿੱਤਾ ਘਰੇ ਹੀ ਹਾਂ। ਬੱਚੇ ਕਿੱਦਾਂ, ਮੰਮੀ ਪੁੱਛ ਰਹੇ ਸੀ। ਹੋਰ ਸਭ ਠੀਕ, ਸਭ ਅੱਛਾ ਚੱਲ ਰਿਹਾ। ਇਹ ਕਹਿ ਕੇ ਮੈਂ ਫੋਨ ਰੱਖ ਦਿੱਤਾ ਤੇ ਭੋਬਾ ਮਾਰ ਕੇ ਰੋਣ ਲੱਗਾ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੀ। ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ।